ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਪੰਜਾਬ ਜੌਬਸ ਅਕੈਡਮੀ ਤੇ। ਅੱਜ ਦੇ ਇਸ ਸੈਸ਼ਨ 'ਚ ਆਪਾਂ ਚਰਚਾ ਕਰਾਂਗੇ ਭਾਰਤ ਦੇ ਸੰਵਿਧਾਨ ਦੇ ਭਾਗ 2 ਬਾਰੇ। ਆਰਟੀਕਲ 5 ਤੋਂ ਲੈ ਕੇ 11 ਤੱਕ ਇਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਨਾਗਰਿਕਤਾ ਕੀ ਹੁੰਦੀ ਹੈ, ਠੀਕ ਹੈ ਜੀ। ਉਸ ਤੋਂ ਬਿਨਾਂ ਸਿਟੀਜ਼ਨਸ਼ਿਪ ਐਕਟ, ਅਸਾਮ ਅਕੋਰਡ, ਪਰਸਨ ਆਫ ਇੰਡੀਅਨ ਔਰੀਜਨ NRI ਤੇ ਓਵਰਸੀਜ਼ ਇੰਡੀਅਨਸ, ਇਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ, ਠੀਕ ਹੈ ਜੀ। ਤੇ ਇਸ ਤੋਂ ਪਹਿਲਾਂ ਜਿਹੜਾ ਪਹਿਲਾ ਭਾਗ ਸੀ ਉਹਦੇ ਵਿੱਚ ਕੁਝ ਫੈਕਚੁਅਲ ਚੀਜ਼ਾਂ ਜ਼ਿਆਦਾ ਸੀ, ਤਾਂ ਕਰਕੇ ਉਹਦੀਆਂ 2 ਵੀਡੀਓ ਬਣਾਈਆਂ ਸੀ। ਪਹਿਲੀ ਦੇ ਵਿੱਚ ਸਿਰਫ ਆਰਟੀਕਲਸ ਬਾਰੇ ਚਰਚਾ ਕਰੀ ਸੀ, ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਤੇ ਦੂਜੀ ਦੇ ਵਿੱਚ ਕੁਝ ਡਿਫਰੈਂਟ ਫੈਕਟ ਸੀ, ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਠੀਕ ਹੈ ਜੀ। ਜਿਹੜੇ ਬੱਚਿਆਂ ਨੇ ਨਹੀਂ ਦੇਖੀ ਵੀਡੀਓ ਦੇਖ ਲਿਓ ਅਤੇ ਆਪਣੇ ਨੋਟਸ ਬਣਾਉਂਦੇ ਚੱਲਿਓ। ਚੱਲਦੇ ਹਾਂ ਅੱਗੇ। ਦੇਖੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਆਰਟੀਕਲ 5 ਤੋਂ ਲੈ ਕੇ 11 ਤੱਕ, ਠੀਕ ਹੈ ਜੀ। ਪਹਿਲਾਂ ਇਸ ਤੋਂ ਵੀ ਪਹਿਲਾਂ ਇੱਕ ਚੀਜ਼ ਤੁਸੀਂ ਹੋਰ ਦੇਖ ਲਓ ਕਿ NRI ਉਹ ਹੁੰਦੇ ਨੇ ਜਿਹੜੇ ਭਾਰਤ ਦੇ ਹੀ ਲੋਕ ਨੇ, ਬਾਹਰ ਕੰਮ ਕਰਨ ਲਈ ਚਲੇ ਗਏ ਜਾਂ ਸਟੱਡੀ ਕਰਨ ਲਈ, ਪਰ ਉਹਨਾਂ ਕੋਲੇ ਭਾਰਤ ਦਾ ਜਿਹੜਾ ਇਹ ਪਾਸਪੋਰਟ ਹੁੰਦਾ ਹੈ, ਠੀਕ ਹੈ ਜੀ। ਜਿਨ੍ਹਾਂ ਕੋਲੇ ਭਾਰਤ ਦਾ ਪਾਸਪੋਰਟ ਹੈ ਤੇ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, NRI। ਤੇ ਪਰਸਨ ਆਫ ਇੰਡੀਅਨ ਔਰੀਜਨ ਉਹ ਹੁੰਦੇ ਨੇ ਜਿਹੜੇ ਮਤਲਬ ਜਿਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਦਾਦੀ ਪਹਿਲਾਂ ਤੋਂ ਭਾਰਤ ਦੇ ਨਾਗਰਿਕ ਸੀ ਅਤੇ ਉਹਨਾਂ ਦੇ ਜਿਹੜੇ ਬੱਚੇ ਨੇ, ਮਤਲਬ ਕਿ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਦਾਦੀ ਭਾਰਤ ਦੇ ਨਾਗਰਿਕ ਸੀ ਪਹਿਲਾਂ ਦੇ ਟਾਈਮ ਦੇ ਵਿੱਚ, ਠੀਕ ਹੈ ਜੀ। ਅਤੇ ਓਵਰਸੀਜ਼ ਇੰਡੀਅਨਸ ਉਹ ਹੁੰਦੇ ਨੇ ਜਿਹੜੇ ਪਹਿਲਾਂ ਭਾਰਤ ਦੇ ਨਾਗਰਿਕ ਸੀ, ਹੁਣ ਜਾ ਕੇ ਉਹਨਾਂ ਨੇ ਬਾਹਰ ਕਿਸੇ ਹੋਰ ਦੇਸ਼ ਦੀ PR ਲੈ ਲਈ, ਠੀਕ ਹੈ। ਤੇ ਜਾਂ ਉਹਨਾਂ ਦੇ ਜਿਹੜੇ ਨਾਬਾਲਿਗ ਬੱਚੇ ਨੇ ਉਹਨਾਂ ਨੂੰ ਵੀ ਆਪਾਂ ਓਵਰਸੀਜ਼ ਇੰਡੀਅਨਸ ਕਹਿੰਦੇ ਹਾਂ, ਠੀਕ ਹੈ ਜੀ। ਅਸਲ ਦੇ ਵਿੱਚ ਇਹ ਫੈਸਿਲਿਟੀ 2003 ਦੇ ਵਿੱਚ ਗੌਰਮੈਂਟ ਨੇ ਅਲਾਉ ਕਰੀ ਸੀ, ਜਿਸ ਟਾਈਮ ਜਿਹੜਾ ਸਿਟੀਜ਼ਨਸ਼ਿਪ ਐਕਟ ਆ ਉਹਨੂੰ ਅਮੈਂਡ ਕੀਤਾ ਸੀ। ਕੋਈ ਗੱਲ ਨਹੀਂ, ਇਹਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ, ਠੀਕ ਹੈ ਜੀ। ਦੇਖੋ ਪਹਿਲਾਂ ਆਰਟੀਕਲਸ ਬਾਰੇ ਗੱਲ ਕਰਦੇ ਆਪਾਂ। ਆਰਟੀਕਲ 5 ਦੇ ਵਿੱਚ ਦਿੱਤਾ ਗਿਆ ਕਿ ਸੰਵਿਧਾਨ ਦੇ ਸ਼ੁਰੂ ਹੋਣ 'ਤੇ ਨਾਗਰਿਕਤਾ, ਮਤਲਬ ਸੰਵਿਧਾਨ ਦੇ ਸ਼ੁਰੂ ਹੋਣ 'ਤੇ ਕਿਸ ਇਨਸਾਨ ਨੂੰ ਨਾਗਰਿਕਤਾ ਦਿੱਤੀ ਗਈ। ਇੱਕ ਤਾਂ ਜਿਸ ਇਨਸਾਨ ਦਾ ਜਨਮ 26 ਜਨਵਰੀ 1950 ਤੋਂ ਪਹਿਲਾਂ ਭਾਰਤ ਦੇ ਵਿੱਚ ਹੋਇਆ ਉਹਨੂੰ, ਤੇ ਜਾਂ ਫਿਰ ਉਹ ਬੰਦਾ ਪਰਸਨ ਆਫ ਇੰਡੀਅਨ ਔਰੀਜਨ ਸੀ ਅਤੇ ਉਹ ਪਿਛਲੇ 5 ਸਾਲਾਂ ਤੋਂ ਭਾਰਤ ਦੇ ਵਿੱਚ ਰਹਿ ਰਿਹਾ ਸੀ, ਉਹਨੂੰ ਦਿੱਤੀ ਗਈ। ਪਰਸਨ ਆਫ ਇੰਡੀਅਨ ਔਰੀਜਨ ਕੀ ਸੀ ਤੁਹਾਨੂੰ ਪਿੱਛੇ ਹੁਣ ਸਮਝਾ ਕੇ ਹਟਿਆ, ਠੀਕ ਹੈ ਜੀ। ਆਰਟੀਕਲ 5 ਦੇ ਵਿੱਚ ਜਾਂ ਤਾਂ ਜਨਮ ਤੋਂ ਜਾਂ ਉਹ 5 ਸਾਲਾਂ ਤੋਂ ਪਰਸਨ ਆਫ ਇੰਡੀਅਨ ਔਰੀਜਨ ਭਾਰਤ ਦੇ ਵਿੱਚ ਰਹਿ ਰਿਹਾ ਸੀ, ਠੀਕ ਹੈ। ਆਰਟੀਕਲ 6 ਦੇ ਵਿੱਚ ਕਰੀ ਗਈ ਹੈ ਚਰਚਾ ਕਿਹਦੇ ਬਾਰੇ, ਜਿਹੜੇ ਵਿਅਕਤੀ ਪਾਕਿਸਤਾਨ ਤੋਂ ਭਾਰਤ ਆਏ। ਭਾਰਤ ਆਜ਼ਾਦ ਹੋਇਆ, ਠੀਕ ਹੈ, 2 ਹਿੱਸੇ ਹੋਏ, ਤਾਂ ਉਸ ਟਾਈਮ ਕੁਛ ਲੋਕ ਪਾਕਿਸਤਾਨ ਦੇ ਮਤਲਬ ਫੇਵਰ ਦੇ ਵਿੱਚ ਸੀ, ਉਹ ਭਾਰਤ ਦੇ ਵਿੱਚ ਰਹਿ ਗਏ, ਅਤੇ ਭਾਰਤ ਦੇ ਫੇਵਰ ਵਾਲੇ ਪਾਕਿਸਤਾਨ ਚਲੇ ਗਏ। ਤਾਂ ਉਹ ਜਿਹੜੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਆਏ ਉਹਨਾਂ ਨੂੰ ਨਾਗਰਿਕਤਾ ਦਾ ਅਧਿਕਾਰ ਇਹਦੇ ਵਿੱਚ ਦਿੱਤਾ ਗਿਆ ਸੀ, ਠੀਕ ਹੈ ਜੀ। ਇਹਦੇ ਵਿੱਚ ਇਹ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ, ਕਰਾਚੀ ਤੋਂ ਰਾਂਚੀ, ਮਤਲਬ ਕਰਾਚੀ ਤੋਂ ਰਾਂਚੀ ਦੇ ਵਿੱਚ ਆਏ, ਠੀਕ ਹੈ। ਆਰਟੀਕਲ 7 ਦੇ ਵਿੱਚ ਰਾਂਚੀ ਤੋਂ ਕਰਾਚੀ 'ਚ ਗਏ, ਮਤਲਬ ਕਿ ਭਾਰਤ ਦੇ ਜਿਹੜੇ ਪਾਕਿਸਤਾਨ ਦੇ ਫੇਵਰ ਦੇ ਕੁਛ ਲੋਕ ਸੀ, ਭਾਰਤ ਤੋਂ ਪਾਕਿਸਤਾਨ ਦੇ ਵਿੱਚ ਗਏ, ਪਰ ਉੱਧਰ ਸ਼ਾਇਦ ਉਹਨਾਂ ਨੂੰ ਕੁਛ ਨਹੀਂ ਵਧੀਆ ਲੱਗਿਆ, ਵਾਪਸ ਮੁੜ ਕੇ ਉਹ ਜੇ ਭਾਰਤ ਦੇ ਵਿੱਚ ਆ ਗਏ ਤਾਂ ਉਹਨਾਂ ਨੂੰ ਨਾਗਰਿਕਤਾ ਦਾ ਜਿਹੜਾ ਪ੍ਰੋਵੀਜ਼ਨ ਇਹਦੇ ਵਿੱਚ ਕੀਤਾ ਗਿਆ, ਪਰ ਉਹਨਾਂ ਨੂੰ ਜਿਹੜੀ ਮਤਲਬ ਐਪਲੀਕੇਸ਼ਨ ਦੇਣ ਤੋਂ ਬਾਅਦ ਘੱਟੋ ਘੱਟ 6 ਮਹੀਨੇ ਭਾਰਤ ਦੇ ਵਿੱਚ ਰਹਿਣਾ ਪਊਗਾ, ਠੀਕ ਹੈ ਜੀ। 6 ਦੇ ਵਿੱਚ ਕਰਾਚੀ ਤੋਂ ਰਾਂਚੀ, 7 ਦੇ ਵਿੱਚ ਰਾਂਚੀ ਤੋਂ ਕਰਾਚੀ, ਠੀਕ ਹੈ। 8 ਦੇ ਵਿੱਚ ਕੀ ਆ, ਹੋਰ ਬਾਕੀ ਦੇਸ਼ਾਂ ਦੇ ਵਿੱਚ ਜਿਹੜੇ ਭਾਰਤ ਇੰਡੀਅਨ ਔਰੀਜਨ ਦੇ ਲੋਕ ਨੇ, ਇੰਡੀਅਨ ਔਰੀਜਨ ਤੁਹਾਨੂੰ ਸਮਝਾ ਚੁੱਕਿਆ ਪਹਿਲਾਂ ਵੀ, ਪਰਸਨ ਆਫ ਇੰਡੀਅਨ ਔਰੀਜਨ ਜਿਹੜੇ ਹੋਰ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨਾਲ ਸੰਬੰਧਿਤ ਜਿਹੜਾ ਨਾਗਰਿਕਤਾ ਦਾ ਅਧਿਕਾਰ ਆ ਉਹ ਆਰਟੀਕਲ 8 ਦੇ ਵਿੱਚ ਹੈ, ਠੀਕ ਹੈ ਜੀ। ਅਤੇ ਆਰਟੀਕਲ 9 ਦੇ ਵਿੱਚ ਨੋ ਕਹਿੰਦਾ ਹੋਰ ਕਿਸੇ ਦੇਸ਼ ਦੀ ਨਾਗਰਿਕਤਾ ਨਹੀਂ ਲੈਣੀ, ਭਾਰਤ ਦੀ ਨਾਗਰਿਕਤਾ ਨਾਲ ਦੀ ਨਾਲ ਚਲੀ ਜਾਓ, ਮਤਲਬ ਜੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਊ, ਠੀਕ ਹੈ ਜੀ। ਆਰਟੀਕਲ 10 ਕਹਿੰਦਾ ਵੀ ਜਿਹੜੇ ਇਹ ਆਰਟੀਕਲਸ ਦੇ ਵਿੱਚ ਨਾਗਰਿਕਤਾ ਕਿਸੇ ਵੀ ਮਤਲਬ ਪਰਸਨ ਨੂੰ ਦਿੱਤੀ ਗਈ ਹੈ, ਉਹ ਐਵੇਂ ਨਹੀਂ ਵੀ 1 ਸਾਲ 2 ਸਾਲ ਵਾਸਤੇ ਦਿੱਤੀ, ਉਹ ਲਗਾਤਾਰ ਰਹੂਗੀ, ਮਤਲਬ ਕਿ ਉਹ ਨਾਗਰਿਕਤਾ ਉਸ ਇਨਸਾਨ ਕੋਲੇ ਰਹੂਗੀ ਜਿੰਨਾ ਟਾਈਮ ਕਿ ਉਹਨੂੰ ਇਨਵੈਲਿਡ ਘੋਸ਼ਿਤ ਨਾ ਕਰ ਦਿੱਤਾ ਜਾਵੇ, ਠੀਕ ਹੈ ਜੀ। ਮਤਲਬ 10 ਦੇ ਵਿੱਚ ਕੀ ਹੈ, ਨਾਗਰਿਕਤਾ ਉਸ ਇਨਸਾਨ ਕੋਲੇ ਬਣੀ ਰਹੂਗੀ। ਅਤੇ ਆਰਟੀਕਲ 11 ਨੇ ਸੰਸਦ ਨੂੰ ਪਾਵਰ ਦਿੱਤੀ ਗਈ ਹੈ ਕਿ ਉਹ ਨਾਗਰਿਕਤਾ ਵਾਸਤੇ ਕੋਈ ਕਾਨੂੰਨ ਬਣਾ ਸਕਦਾ। ਇਹਦੇ ਲਈ ਹੀ ਸਿਟੀਜ਼ਨਸ਼ਿਪ ਐਕਟ ਜਿਹੜਾ ਬਣਾਇਆ ਸੀ ਉਹਦੀ ਆਪਾਂ ਅੱਗੇ ਚਰਚਾ ਕਰਾਂਗੇ, ਠੀਕ ਹੈ ਜੀ। 5 ਦੇ ਵਿੱਚ ਕੀ ਆ, ਜਨਮ ਦੇ ਆਧਾਰ 'ਤੇ ਨਾਗਰਿਕਤਾ, ਠੀਕ ਹੈ। 6 ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਭਾਰਤ ਆਏ, ਕਰਾਚੀ ਤੋਂ ਰਾਂਚੀ। 7 ਦੇ ਵਿੱਚ ਜਿਹੜੇ ਭਾਰਤ ਤੋਂ ਪਾਕਿਸਤਾਨ ਜਾ ਕੇ ਫਿਰ ਮੁੜ ਕੇ ਆਏ, ਮਤਲਬ ਰਾਂਚੀ ਤੋਂ ਕਰਾਚੀ। 8 ਦੇ ਵਿੱਚ ਜਿਹੜੇ ਹੋਰ ਬਾਹਰਲੇ ਦੇਸ਼ਾਂ ਤੋਂ ਭਾਰਤ ਆਏ, ਮਤਲਬ ਪਰਸਨ ਆਫ ਇੰਡੀਅਨ ਔਰੀਜਨਸ, ਠੀਕ ਹੈ। ਅਤੇ 9 ਦੇ ਵਿੱਚ ਚਰਚਾ ਕਰੀ ਗਈ ਹੈ ਜਿਹਨੇ ਜੇ ਮਤਲਬ ਦੂਸਰੇ ਕਿਸੇ ਦੇਸ਼ ਦੀ ਨਾਗਰਿਕਤਾ ਲਈ ਤਾਂ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਏਗੀ। 10 ਦੇ ਵਿੱਚ ਨਾਗਰਿਕਤਾ ਜਿਹੜੀ ਲਗਾਤਾਰ ਰਹੂਗੀ, ਐਵੇਂ ਨਹੀਂ ਕਿ 1-2 ਸਾਲ ਬਾਅਦ ਨਾਗਰਿਕਤਾ ਖਤਮ ਹੋ ਜੂ। ਅਤੇ ਆਰਟੀਕਲ 11 ਦੇ ਵਿੱਚ ਸੰਸਦ ਨੂੰ ਪਾਵਰ ਦਿੱਤੀ ਗਈ ਹੈ, ਠੀਕ ਹੈ ਜੀ। ਦੇਖੋ ਅੱਗੇ, ਇਹ ਮੈਂ ਤੁਹਾਨੂੰ ਸਮਝਾਈ ਚੁੱਕਿਆ। ਅਤੇ ਅਸਾਮ ਅਕੋਰਡ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਸਮਝ ਲਓ। ਅਸਾਮ ਅਕੋਰਡ ਕਦੋਂ ਹੋਇਆ ਸੀ, ਇਹ 1985 ਦੇ ਵਿੱਚ, ਠੀਕ ਹੈ ਜੀ।
ਸਭ ਤੋਂ ਮੇਨ ਤਾਂ ਇਹਦੀ ਡੇਟ ਹੀ ਤੁਸੀਂ ਯਾਦ ਰੱਖਣੀ ਕਿ 1985 ਦੇ ਵਿੱਚ ਹੋਇਆ ਸੀ। ਇਹਦੇ ਵਿੱਚ ਸਿਸਟਮ ਕੀ ਕੀਤਾ ਗਿਆ ਸੀ, ਬੰਗਲਾਦੇਸ਼ ਇੱਥੇ ਮਤਲਬ ਬੰਗਲਾਦੇਸ਼ ਤਾਂ 1971 ਦੇ ਵਿੱਚ ਬਣਿਆ ਸੀ। ਉਸ ਤੋਂ ਪਹਿਲਾਂ ਤਾਂ ਇਹ ਪਾਕਿਸਤਾਨੀ ਸੀ, ਹੈ ਨਾ, ਪੂਰਬੀ ਪਾਕਿਸਤਾਨ ਕਹਿੰਦੇ ਸੀ। 1 ਜਨਵਰੀ 1966 ਤੋਂ ਜਿਹੜੇ ਬੰਗਲਾਦੇਸ਼ ਤੋਂ ਮਤਲਬ ਉਸ ਟਾਈਮ ਦੇ ਪਾਕਿਸਤਾਨ ਤੋਂ ਜਿਹੜੇ ਲੋਕ ਅਸਾਮ ਦੇ ਵਿੱਚ ਆ ਗਏ ਉਹਨਾਂ ਨੂੰ ਭਾਰਤ ਦਾ ਨਾਗਰਿਕ ਮੰਨ ਲਿਆ ਜਾਊਗਾ। ਪਰ ਜਿਹੜੇ 1 ਜਨਵਰੀ 1966 ਤੋਂ ਲੈ ਕੇ 25 ਮਾਰਚ 1971 ਤੱਕ ਆਏ ਉਹਨਾਂ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ, ਪਰ ਉਹਨਾਂ ਨੂੰ ਕੀ ਮੰਨਿਆ ਜਾਏਗਾ, ਫੋਰਨਰ। ਪਰ ਉਹਨਾਂ ਨੂੰ ਅਧਿਕਾਰ ਸਾਰੇ ਉਹੀ ਦਿੱਤੇ ਜਾਣਗੇ ਜਿਹੜੇ ਭਾਰਤ ਦੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਨੇ, ਠੀਕ ਹੈ ਜੀ। ਪਰ ਸਿਰਫ ਵੋਟਿੰਗ ਦਾ ਅਧਿਕਾਰ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ, ਠੀਕ ਹੈ ਜੀ। ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਬਸ ਤੁਸੀਂ ਇਹਦੇ ਵਿੱਚ ਇੰਨਾ ਯਾਦ ਰੱਖਣਾ ਕਿ ਜਿਹੜੇ 1 ਜਨਵਰੀ 1966 ਤੱਕ ਅਸਾਮ ਦੇ ਵਿੱਚ ਆ ਗਏ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਆਟੋਮੈਟਿਕ ਦੇ ਮਤਲਬ ਨੋਰਮਲੀ ਦੇ ਦਿੱਤੀ, ਅਤੇ ਜਿਹੜੇ 1 ਜਨਵਰੀ 1966 ਤੋਂ 71 ਦੇ ਵਿੱਚ ਆਏ ਉਹਨਾਂ ਨੂੰ ਨਾਗਰਿਕਤਾ ਨਾ ਦੇ ਕੇ ਉਹਨਾਂ ਨੂੰ ਫੋਰਨਰ ਰੱਖਿਆ ਗਿਆ, ਠੀਕ ਹੈ। ਜਿਹੜੇ 71 ਤੋਂ ਹੀ ਬਾਅਦ 'ਚ ਆਏ ਉਹਨਾਂ ਦੇ ਲਈ ਤਾਂ ਫਿਰ ਜਿਹੜਾ ਬਾਕੀ ਫੋਰਨਰਸ ਦੇ ਲਈ ਸਿਸਟਮ ਸੀ ਉਹੀ ਸਿਸਟਮ ਰੱਖਿਆ ਗਿਆ। ਚੱਲਦੇ ਅੱਗੇ ਦੇਖੋ, ਅਤੇ ਇਹਦੀ ਡੇਟ ਤੁਸੀਂ ਜ਼ਰੂਰ ਯਾਦ ਰੱਖਣੀ ਹੈ। ਇਹ 1985 ਦੇ ਵਿੱਚ ਆਇਆ ਸੀ, ਅਸਾਮ ਐਕੋਰਡ ਕਿਹਾ ਜਾਂਦਾ ਹੈ ਇਹਨੂੰ, ਠੀਕ ਹੈ ਜੀ, ਅਸਾਮ ਸਮਝੌਤਾ। ਦੇਖੋ ਸਿਟੀਜ਼ਨਸ਼ਿਪ ਐਕਟ 1955, ਇਹ ਜਿਹੜਾ ਆਰਟੀਕਲ 11 ਦੇ ਵਿੱਚ ਜਿਹੜੀ ਸੰਸਦ ਨੂੰ ਪਾਵਰ ਦਿੱਤੀ ਗਈ ਹੈ ਉਹਨੂੰ ਯੂਜ਼ ਕਰਕੇ ਸੰਸਦ ਲੈ ਕੇ ਆਈ ਸੀ। ਇਹਨੂੰ ਹੁਣ ਤੱਕ 6 ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ ਹੈ। 1986 'ਚ, 92 'ਚ, 2003, 2005, 2015 ਅਤੇ 2019 ਦੇ ਵਿੱਚ। ਜਿਹੜਾ 2003 ਦੇ ਵਿੱਚ ਸੰਸ਼ੋਧਨ ਕੀਤਾ ਗਿਆ ਸੀ, ਇਹਦੇ ਵਿੱਚ ਗੌਰਮੈਂਟ ਲੈ ਕੇ ਸੰਸਦ ਲੈ ਕੇ ਆਈ ਸੀ ਇਹ ਪ੍ਰੋਵੀਜ਼ਨ, ਜਿਹੜਾ ਪਰਸਨ ਆਫ ਇੰਡੀਅਨ ਔਰੀਜਨ ਅਤੇ ਓਵਰਸੀਜ਼ ਇੰਡੀਅਨਸ ਦਾ ਸੀ, ਠੀਕ ਹੈ ਜੀ। ਇਹਨਾਂ ਨੂੰ ਅਲੱਗ-ਅਲੱਗ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਪਾਸਪੋਰਟ ਦੀ ਤਰ੍ਹਾਂ ਹੀ, ਮਤਲਬ ਕਿ ਜਿਹੜੇ ਹੋਰ ਫੋਰਨਰਸ ਹੁੰਦੇ ਨੇ ਉਹਨਾਂ ਨਾਲੋਂ ਥੋੜ੍ਹੀਆਂ ਜ਼ਿਆਦਾ ਫੈਸਿਲਿਟੀਜ਼ ਇਹਨਾਂ ਨੂੰ ਭਾਰਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਠੀਕ ਹੈ ਜੀ। ਪਰਸਨ ਆਫ ਇੰਡੀਅਨ ਔਰੀਜਨ ਅਤੇ ਓਵਰਸੀਜ਼ ਇੰਡੀਅਨਸ ਦਾ ਇਹ ਤੁਸੀਂ ਯਾਦ ਰੱਖਣਾ ਕਦੋਂ ਲਿਆਂਦਾ ਸੀ, ਇਹ 2003 ਦੇ ਵਿੱਚ, ਠੀਕ ਹੈ। ਦੇਖੋ ਚੱਲਦੇ ਅੱਗੇ ਆਪਾਂ ਹੁਣ ਇਹਦੇ ਬਾਰੇ। ਜਿਹੜਾ ਇਹ ਸਿਟੀਜ਼ਨਸ਼ਿਪ ਐਕਟ ਆ, ਜਿਹੜਾ ਨਾਗਰਿਕਤਾ ਅਧਿਨਿਯਮ ਆ, ਕਿਉਂਕਿ ਜਿਹੜਾ ਭਾਗ 2 ਉਹਦੇ ਵਿੱਚ ਬਹੁਤ ਜ਼ਿਆਦਾ ਬਰੋਡ ਨਹੀਂ ਦੱਸਿਆ ਗਿਆ ਕੌਣ ਭਾਰਤ ਦੀ ਨਾਗਰਿਕਤਾ ਲੈ ਸਕਦਾ ਜਾਂ ਭਾਰਤ ਦੀ ਨਾਗਰਿਕਤਾ ਕਿਵੇਂ ਖਾਰਿਜ ਕੀਤੀ ਜਾ ਸਕਦੀ ਹੈ, ਸਾਰਾ ਕੁਛ ਉਹਦੇ ਵਿੱਚ ਨਹੀਂ ਦਿੱਤਾ ਗਿਆ। ਇਸੇ ਲਈ ਸੰਸਦ ਨੇ ਜਿਹੜਾ ਇਹ ਕਾਨੂੰਨ ਬਣਾਇਆ ਸੀ। ਇਹਦੇ ਵਿੱਚ ਦੱਸਿਆ ਗਿਆ ਕਿ 5 ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਜਿਹੜੀ ਲਈ ਜਾ ਸਕਦੀ ਹੈ ਜਨਮ ਦੇ ਆਧਾਰ 'ਤੇ। ਜੇ ਕਿਸੇ ਬੱਚੇ ਦੇ ਮਾਂ-ਬਾਪ ਭਾਰਤ ਦੇ ਨਾਗਰਿਕ ਨੇ ਅਤੇ ਉਹਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ। ਪਰ ਉਹਦੇ ਮਾਂ-ਬਾਪ ਭਾਰਤ ਦੇ ਨਾਗਰਿਕ ਨੇ ਤਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵੰਸ਼ ਦੇ ਆਧਾਰ 'ਤੇ, ਜੇ ਬੱਚੇ ਦੇ ਮਾਂ-ਬਾਪ ਨੇ ਜਿਹੜੇ ਉਹ ਭਾਰਤ ਦੇ ਨਾਗਰਿਕ ਨੇ ਪਰ ਬਾਹਰ ਰਹਿੰਦੇ ਨੇ ਅਤੇ ਉਹਦਾ ਮਤਲਬ ਚਾਹੇ ਦੋਨੋਂ ਹੋਣ ਜਾਂ ਦੋਨਾਂ 'ਚੋਂ ਇੱਕ ਹੋਵੇ ਅਤੇ ਬੱਚੇ ਦਾ ਜਨਮ ਜਿਹੜਾ ਉਹ ਬਾਹਰ ਹੋ ਜਾਂਦਾ, ਠੀਕ ਹੈ ਜੀ। ਦੁਬਾਰਾ ਸਮਝੋ ਇੱਕ ਵਾਰ, ਜਨਮ ਦੇ ਆਧਾਰ 'ਤੇ ਬੱਚੇ ਦੇ ਮਾਂ-ਬਾਪ ਭਾਰਤ ਦੇ ਨਿਵਾਸੀ ਨੇ ਅਤੇ ਬੱਚੇ ਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਜਨਮ ਦੇ ਆਧਾਰ 'ਤੇ ਭਾਰਤ ਦੀ ਨਾਗਰਿਕਤਾ ਮਿਲ ਜਾਏਗੀ। ਇਹਨੂੰ ਕਹਿੰਦੇ ਨੇ ਜਸ ਸੋਲੀ ਦਾ ਸਿਧਾਂਤ। ਅਤੇ ਵੰਸ਼ ਦੇ ਆਧਾਰ 'ਤੇ ਬੱਚੇ ਦੇ ਮਾਂ-ਬਾਪ ਭਾਰਤੀ ਨੇ ਪਰ ਬੱਚੇ ਦਾ ਜਨਮ ਬਾਹਰ ਕਿਤੇ ਹੋ ਜਾਂਦਾ ਹੈ ਤਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ 1 ਸਾਲ ਦੇ ਵਿੱਚ ਜਿਹੜੇ ਵੀ ਦੇਸ਼ ਦੇ ਵਿੱਚ ਉਹ ਪ੍ਰੈਜ਼ੈਂਟ ਦੇ ਵਿੱਚ ਰਹਿ ਰਹੇ ਨੇ ਤਾਂ ਉੱਥੇ ਜਿਹੜੀ ਭਾਰਤ ਦੀ ਐਮਬੈਸੀ ਉਹਨਾਂ ਕੋਲ 1 ਸਾਲ ਦੇ ਅੰਦਰ ਰਜਿਸਟਰ ਕਰਵਾਉਣਾ ਪਊਗਾ, ਐਮਬੈਸੀ ਕੋਲੇ ਜਾਂ ਕੰਸੂਲੇਟ ਜਿਹੜਾ ਵੀ ਕੁਛ ਹੋਊਗਾ, ਠੀਕ ਹੈ ਜੀ। 1 ਸਾਲ ਦੇ ਅੰਦਰ ਉਹਨਾਂ ਨੂੰ ਰਜਿਸਟਰ ਕਰਵਾਉਣਾ ਪਊਗਾ ਤਾਂ ਵੰਸ਼ ਦੇ ਆਧਾਰ 'ਤੇ ਜਿਹੜੇ ਬੱਚੇ ਨੂੰ ਮਤਲਬ ਉੱਥੇ ਦੀ ਨਾਗਰਿਕਤਾ ਦਿੱਤੀ ਜਾਵੇਗੀ। ਜਨਮ ਦੇ ਆਧਾਰ 'ਤੇ ਜਿਹਦਾ ਜਨਮ ਭਾਰਤ 'ਚ ਹੁੰਦਾ, ਵੰਸ਼ ਦੇ ਆਧਾਰ 'ਤੇ ਜਿਹਦੇ ਮਾਂ-ਬਾਪ ਭਾਰਤੀ ਨੇ ਪਰ ਜਨਮ ਬਾਹਰ ਹੁੰਦਾ, ਇਹਨੂੰ ਜਸ ਸੈਂਗੁਇਨ ਦਾ ਸਿਧਾਂਤ ਕਹਿੰਦੇ ਨੇ। ਰਜਿਸਟ੍ਰੇਸ਼ਨ ਦੇ ਆਧਾਰ 'ਤੇ ਜਿਹੜੇ ਭਾਰਤੀ ਮੂਲ ਦੇ ਵਿਅਕਤੀ ਨੇ ਉਹ ਜੇ ਲਗਾਤਾਰ 7 ਸਾਲ ਤੱਕ ਉਹ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਉਹ ਰਜਿਸਟ੍ਰੇਸ਼ਨ ਦੇ ਥਰੂ ਭਾਰਤ ਦੀ ਨਾਗਰਿਕਤਾ ਲੈ ਸਕਦੇ ਨੇ। ਬਾਏ ਨੈਚੁਰਲਾਈਜੇਸ਼ਨ ਜਿਹੜੇ ਭਾਰਤੀ ਮੂਲ ਦੇ ਵਿਅਕਤੀਆਂ ਤੋਂ ਬਿਨਾਂ ਜਿਹੜੇ ਹੋਰ ਵਿਅਕਤੀ ਨੇ, ਠੀਕ ਹੈ ਜੀ, ਜਿਹੜੇ ਭਾਰਤੀ ਮੂਲ ਨੇ ਉਹ ਤਾਂ 7 ਸਾਲ ਤੱਕ ਰਹਿਣਗੇ, ਜਿਹੜੇ ਹੋਰ ਨੇ ਉਹ 7 ਸਾਲ ਨਹੀਂ, ਉਹਨਾਂ ਨੂੰ 12 ਸਾਲ ਤੱਕ ਰਹਿਣਾ ਪਊਗਾ। 12 ਸਾਲ ਤੱਕ ਲਗਾਤਾਰ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਅਤੇ ਉਹ ਜਿਹੜੀ ਦੂਸਰੇ ਦੇਸ਼ ਦੀ ਨਾਗਰਿਕਤਾ ਉਹਨਾਂ ਕੋਲ ਹੈ ਉਹ ਨਾਗਰਿਕਤਾ ਛੱਡਣਗੇ, ਫਿਰ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ, ਠੀਕ ਹੈ ਜੀ। ਅਤੇ ਕਿਸੇ ਖੇਤਰ ਨੂੰ ਭਾਰਤ ਦੇ ਵਿੱਚ ਮਿਲਾਉਣ ਨਾਲ, ਜਿਵੇਂ ਸਿੱਕਿਮ ਨੂੰ ਮਿਲਾਇਆ ਸੀ, ਗੋਆ ਨੂੰ, ਦਮਨ ਦਿਊ, ਠੀਕ ਹੈ ਜੀ, ਅਤੇ ਪੁਡੂਚੇਰੀ ਨੂੰ ਮਿਲਾਇਆ ਸੀ। ਜਿਹੜੇ ਬੱਚੇ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ, ਕਦੋਂ ਮਿਲਾਇਆ, ਕਿਹਨੂੰ ਮਿਲਾਇਆ, ਠੀਕ ਹੈ ਜੀ। ਅਤੇ ਇਹ ਸਾਰੇ ਕੀ ਸੀ, ਇਹ ਭਾਰਤ ਦੇ ਮਤਲਬ ਜਿਹੜੇ ਇਹਨਾਂ ਦੇ ਨਾਗਰਿਕ ਸੀ ਜਿਸ ਟਾਈਮ ਭਾਰਤ ਦੇ ਵਿੱਚ ਇਹਨਾਂ ਨੂੰ ਮਿਲਾਇਆ ਗਿਆ ਤਾਂ ਇਹਨਾਂ ਨੂੰ ਕੁਦਰਤੀ ਭਾਰਤ ਦੀ ਨਾਗਰਿਕਤਾ ਮਤਲਬ ਮਿਲ ਗਈ, ਠੀਕ ਹੈ ਜੀ। ਆਟੋਮੈਟਿਕ ਹੀ ਮਤਲਬ ਭਾਰਤ ਦੇ ਨਾਗਰਿਕ ਉਹ ਬਣ ਗਏ, ਠੀਕ ਹੈ। ਚੱਲਦੇ ਅੱਗੇ ਦੇਖੋ, ਹੁਣ ਭਾਰਤ ਦੀ ਨਾਗਰਿਕਤਾ ਖਤਮ ਕਿਵੇਂ ਹੋ ਸਕਦੀ ਹੈ। ਜਾਂ ਤਾਂ ਬੰਦਾ ਆਪਣੀ ਮਰਜ਼ੀ ਨਾਲ ਖਤਮ ਕਰ ਦੇਵੇ ਭਾਰਤ ਦੀ ਨਾਗਰਿਕਤਾ ਨੂੰ, ਠੀਕ ਹੈ ਜੀ, ਮੈਂ ਭਾਰਤ ਦਾ ਨਾਗਰਿਕ ਨਹੀਂ ਰਹਿਣਾ, ਆਪਣੀ ਮਰਜ਼ੀ ਨਾਲ ਉਹਨੇ ਤਿਆਗਤੀ। ਜਾਂ ਬਰਖਾਸਤ ਹੋਣਾ, ਮਤਲਬ ਉਹਨੇ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲਈ ਤਾਂ ਜਿਹੜੀ ਉਹਦੀ ਨਾਗਰਿਕਤਾ ਹੈ ਉਹ ਟਰਮੀਨੇਟ ਆਟੋਮੈਟਿਕ ਹੋ ਜਾਵੇਗੀ, ਠੀਕ ਹੈ। ਉਸ ਤੋਂ ਬਾਅਦ ਵੰਚਿਤ ਕਰਨਾ, ਜੇ ਕਿਸੇ ਬੰਦੇ ਨੇ ਗਲਤ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਲਈ ਹੈ, ਠੀਕ ਹੈ, ਤਾਂ ਜਾਂ ਫਿਰ ਉਹ ਯੁੱਧ ਦੇ ਦੌਰਾਨ
ਮਤਲਬ ਜਿਹੜਾ ਵਿਰੋਧੀ ਦੇਸ਼ ਹੈ, ਜਿਹੜਾ ਭਾਰਤ ਦਾ ਦੁਸ਼ਮਣ ਦੇਸ਼ ਹੈ, ਉਹਦਾ ਸਾਥ ਦਿੰਦਾ ਹੈ ਤਾਂ ਵੀ ਉਹਨੂੰ ਨਾਗਰਿਕਤਾ ਤੋਂ ਵੰਚਿਤ ਕਰਿਆ ਜਾ ਸਕਦਾ। ਇਹਨੂੰ ਕਹਿੰਦੇ ਨੇ ਬਾਏ ਡੈਪਰੀਵੇਸ਼ਨ। ਮਰਜ਼ੀ ਨਾਲ ਤਿਆਗਣਾ ਬਾਏ ਰਿਨਾਂਸੀਏਸ਼ਨ, ਬਰਖਾਸਤ ਹੋਣਾ ਬਾਏ ਟਰਮੀਨੇਸ਼ਨ, ਟਰਮੀਨੇਟ ਹੋਣਾ, ਠੀਕ ਹੈ ਜੀ, ਵੰਚਿਤ ਹੋਣਾ ਜਾਂ ਵੰਚਿਤ ਕਰਨਾ ਮਤਲਬ ਬਾਏ ਡੈਪਰੀਵੇਸ਼ਨ, ਠੀਕ ਹੈ ਜੀ। ਉਮੀਦ ਹੈ ਵੀ ਤੁਹਾਨੂੰ ਸਮਝ ਲੱਗ ਗਿਆ ਹੋਣਾ। ਇਹਦੇ ਬਾਰੇ ਦੇਖੋ, ਇਹਦੇ ਬਾਰੇ ਆਪਾਂ ਡਿਸਕਸ ਕਰਨੀ ਹੈ ਥੋੜ੍ਹੀ ਜਿਹੀ। CAA 2019 ਕਾफ़ी ਚਰਚਾ ਦੇ ਵਿੱਚ ਰਿਹਾ। ਇਹਦੇ ਵਿੱਚ ਭਾਰਤ ਨੇ ਕੀ ਕਿਹਾ, ਮਤਲਬ ਸੰਸਦ ਨੇ ਕੀ ਕੀਤਾ ਸੀ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਅਤੇ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਆਏ ਜਿਹੜੇ ਹਿੰਦੂ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ 31 ਦਸੰਬਰ 2014 ਤੋਂ ਪਹਿਲਾਂ ਭਾਰਤ ਦੇ ਵਿੱਚ ਰਹਿ ਰਹੇ ਨੇ, ਉਹ ਭਾਰਤ ਦੀ ਨਾਗਰਿਕਤਾ ਲੈ ਸਕਣਗੇ, ਠੀਕ ਹੈ ਜੀ। ਮਤਲਬ ਕਿ ਨੈਚੁਰਲਾਈਜੇਸ਼ਨ ਦੇ ਥਰੂ ਤੁਹਾਨੂੰ ਪੜ੍ਹਾਇਆ ਸੀ ਕਿ ਜਿਹੜੇ ਮਤਲਬ ਪਰਸਨਸ ਨੂੰ ਨਾਗਰਿਕਤਾ ਭਾਰਤ ਦੀ ਜਿਨ੍ਹਾਂ ਨੇ ਵੀ ਲੈਣੀ ਹੈ ਉਹ 12 ਸਾਲ ਤੱਕ ਭਾਰਤ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਨੇ, ਹੈ ਨਾ ਜੀ, 12 ਸਾਲ ਤੱਕ। ਪਰ ਇੱਥੇ 12 ਸਾਲ ਤੋਂ ਘਟਾ ਕੇ ਕਿੰਨਾ ਰਹਿ ਗਿਆ ਦੇਖੋ, 2014 ਤੋਂ 2019 ਤੱਕ ਸਿਰਫ 5 ਸਾਲ। ਪਰ ਇਹ ਕਿਹਨਾਂ ਵਾਸਤੇ, ਸਿਰਫ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ, ਠੀਕ ਹੈ ਜੀ। ਉਹ ਵੀ ਕੌਣ ਕੌਣ, ਹਿੰਦੂ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ, ਮੁਸਲਿਮ ਨਹੀਂ, ਠੀਕ ਹੈ ਜੀ। ਇਹਦੇ ਪਿੱਛੇ ਭਾਰਤ ਸਰਕਾਰ ਦਾ ਤਰਕ ਕੀ ਸੀ ਕਿ ਜਿਹੜੇ ਇਹ ਤਿੰਨੋਂ ਦੇਸ਼ ਨੇ ਇਹ ਮੁਸਲਿਮ ਮੈਜੋਰਟੀ ਦੇਸ਼ ਨੇ, ਠੀਕ ਹੈ ਜੀ, ਮੁਸਲਿਮ ਮੈਜੋਰਟੀ ਦੇਸ਼ ਨੇ ਅਤੇ ਇਹ 6 ਦੇ 6 ਜਿਹੜੇ ਨੇ, 6 ਦੇ 6 ਧਰਮ ਇਹਨਾਂ ਦੇ ਵਿੱਚ ਅਲਪ ਸੰਖਿਅਕ ਨੇ, ਠੀਕ ਹੈ। ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਸਾਰਿਆਂ ਦਾ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਸ਼ੋਸ਼ਣ ਹੋ ਸਕਦਾ ਪਰ ਮੁਸਲਿਮਾਂ ਦਾ ਨਹੀਂ ਹੋ ਸਕਦਾ। ਇਸ ਲਈ ਸਰਕਾਰ ਨੇ ਮੁਸਲਿਮ ਮਤਲਬ ਜਿਹੜੀ ਮੁਸਲਿਮ ਰਿਲੀਜਨ ਦੇ ਲੋਕ ਨੇ ਉਹਨਾਂ ਨੂੰ ਇਹਦੇ ਵਿੱਚ ਐਡ ਨਹੀਂ ਕੀਤਾ ਸੀ, ਬਾਕੀ ਇਹਨਾਂ 6 ਦੇ 6 ਨੂੰ ਐਡ ਕੀਤਾ ਸੀ, ਠੀਕ ਹੈ ਜੀ। ਉਮੀਦ ਆ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਣਾ। ਤੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਹੈ। CAA ਦਾ ਮਤਲਬ ਉਹੀ ਹੁੰਦਾ ਹੈ, ਕੋਈ ਨਵਾਂ ਐਕਟ ਨਹੀਂ ਸੀ। 1955 ਵਾਲਾ ਐਕਟ ਆ, ਉਹਨੂੰ ਵਾਰੀ ਕਈ ਵਾਰ ਸੰਸ਼ੋਧਨ ਕੀਤਾ ਗਿਆ। ਪਿੱਛੇ ਵੀ ਤੁਹਾਨੂੰ ਦੱਸਿਆ ਸੀ ਉਹਨੂੰ 6 ਵਾਰ ਹੁਣ ਤੱਕ ਸੰਸ਼ੋਧਿਤ ਕੀਤਾ ਜਾ ਚੁੱਕਿਆ, ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ, ਕੁਛ ਨਾ ਕੁਛ ਤੁਹਾਨੂੰ ਸਮਝ ਇਹਦੇ ਵਿੱਚੋਂ ਆਇਆ ਹੋਣਾ, ਬਹੁਤ ਕੁਛ ਨਵਾਂ ਦੇਖਣ ਨੂੰ ਮਿਲਿਆ ਹੋਣਾ। ਅਤੇ ਬਾਕੀ ਤੁਹਾਡਾ ਡੇਲੀ ਟਾਰਗੇਟ ਕੁਛ ਦਿਨ ਤੋਂ ਬੰਦ ਚੱਲ ਰਿਹਾ ਹੈ, ਠੀਕ ਹੈ ਜੀ। ਇਸ ਮੰਡੇ ਨੂੰ ਕੋਸ਼ਿਸ਼ ਕਰਾਂਗੇ ਤੁਹਾਡਾ ਡੇਲੀ ਟਾਰਗੇਟ ਆ ਜਿਹੜਾ ਉਹਨੂੰ ਕੰਟੀਨਿਊ ਦੁਬਾਰਾ ਤੋਂ ਕਰ ਸਕੀਏ, ਜਿੱਥੋਂ ਬੰਦ ਕੀਤਾ ਸੀ ਉੱਥੋਂ ਹੀ ਕੰਟੀਨਿਊ ਕਰਾਂਗੇ, ਠੀਕ ਹੈ ਜੀ। ਅਤੇ ਬਾਕੀ ਠੀਕ ਹੈ ਦੋਸਤੋ, ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਜਿਹੜੇ ਬੱਚੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ, ਠੀਕ ਹੈ। ਅਤੇ ਬਾਕੀ ਤੁਸੀਂ ਟਾਰਗੇਟ ਲੈ ਕੇ ਆਪਣਾ ਟਾਰਗੇਟ ਲੈ ਕੇ ਸਟੱਡੀ ਕਰਿਆ ਕਰੋ ਯਾਰ, ਕਿਉਂਕਿ ਟਾਰਗੇਟ ਲੈ ਕੇ ਜਿਸ ਟਾਈਮ ਸਟੱਡੀ ਕਰਦੇ ਹੋ ਨਾ ਤਾਂ ਆਪਣੇ ਦਿਮਾਗ 'ਤੇ ਥੋੜ੍ਹਾ ਜਿਹਾ ਇਸ ਚੀਜ਼ ਦਾ ਪ੍ਰੈਸ਼ਰ ਰਹਿੰਦਾ ਕਿ ਯਾਰ ਮੇਰਾ ਟਾਰਗੇਟ ਅਜੇ ਬਾਕੀ ਹੈ, ਮੈਂ ਇਹ ਕੰਪਲੀਟ ਕਰਨਾ ਹੈ, ਠੀਕ ਹੈ। ਤਾਂ ਇਸ ਲਈ ਤੁਹਾਨੂੰ ਟਾਰਗੇਟ ਦਿੱਤਾ ਜਾਂਦਾ ਤਾਂ ਕਿ ਤੁਸੀਂ ਆਪਣੀ ਸੈਲਫ ਸਟੱਡੀ ਨਾਲ ਤੁਸੀਂ ਸੈਲਫ ਡਿਪੈਂਡੈਂਟ ਹੋ ਸਕੋ, ਠੀਕ ਹੈ ਜੀ। ਠੀਕ ਹੈ, ਬਾਕੀ ਜਿਹੜਾ ਅਗਲਾ ਸੈਸ਼ਨ ਆਏਗਾ ਉਹਦੇ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਬਾਰੇ ਚਰਚਾ ਕਰਾਂਗੇ। ਉਹ ਥੋੜ੍ਹਾ ਜਿਹਾ ਹੋ ਸਕਦਾ ਉਹਦੀਆਂ ਵੀ 2 ਜਾਂ 3 ਵੀਡੀਓ ਬਣਾਉਣੀਆਂ ਪੈਣ, ਕਿਉਂਕਿ ਫੰਡਾਮੈਂਟਲ ਰਾਈਟਸ ਦੇ ਵੀ ਜਿਹੜੇ ਫੈਕਟ ਨੇ ਕੁਛ ਹੋਰ ਜ਼ਿਆਦਾ ਡੀਪ ਨੇ ਥੋੜ੍ਹੇ ਜਿਹੇ, ਠੀਕ ਹੈ ਜੀ। ਠੀਕ ਹੈ ਦੋਸਤੋ, ਮਿਲਦੇ ਆਪਾਂ ਬਾਅਦ 'ਚ ਅਗਲੇ ਸੈਸ਼ਨ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।